एग्जांपल कंसीडर करते हैं जी आप लास्ट टाइम पढ़ाई सी आज साडे कोल सैल एक रेजिस्टेंस फिर एक रेजिस्टेंस है इस सैल दी ईएमएफ सपोज E1 रेजिस्टेंस R1 इस द रेजिस्टेंस R3 रेजिस्टेंस R2 EMF E2 ਤਾਂ ਤੁਸੀਂ ਸਰਕਟ ਦੇ ਵਿੱਚ ਕਰੰਟ ਦੀ ਕੋਈ ਵੀ ਡਾਇਰੈਕਸ਼ਨ ਕੰਸੀਡਰ ਕਰ ਸਕਦੇ ਹੋ ਅਗਰ ਤੁਹਾਨੂੰ ਨਹੀਂ ਕਲੀਅਰ ਹੋ ਰਿਹਾ ਵੀ ਐਕਚੁਅਲ ਚ ਕਰੰਟ ਕਿਸ ਡਾਇਰੈਕਸ਼ਨ ਚ ਟਰੈਵਲ ਕਰੇਗਾ ਐਟ ਲਾਸਟ ਜਦੋਂ ਅਸੀਂ ਕੈਲਕੂਲੇਸ਼ਨਸ ਕਰਾਂਗੇ ਅਗਰ ਤੁਹਾਡੀ ਕਰੰਟ ਦੀ ਡਾਇਰੈਕਸ਼ਨ ਅਸਿਊਮ ਕੀਤੀ ਰੋਂਗ ਹੋਈ ਤਾਂ ਤੁਹਾਡਾ ਆਨਸਰ ਨੈਗੇਟਿਵ ਚ ਆ ਜਾਏਗਾ ਮੈਗਨੀਟਿਊਡ ਸੇਮ ਰਹੇਗਾ ਤਾਂ ਤੁਸੀਂ ਲਾਸਟ ਵਿੱਚ ਲਿਖ ਸਕਦੇ ਹੋ ਕਿ ਜੋ ਵੀ ਅਸੀਂ ਕਰੰਟ ਦੀ ਡਾਇਰੈਕਸ਼ਨ ਅਸਿਊਮ ਕੀਤੀ ਹੈ ਐਕਚੁਅਲ ਦੇ ਵਿੱਚ ਕਰੰਟ ਉਸ ਤੋਂ ਆਪੋਜ਼ਿਟ ਡਾਇਰੈਕਸ਼ਨ ਤਾਂ ਇਹਦੇ ਵਿੱਚ ਕੋਈ ਗਲਤੀ ਹੋਣ ਦਾ ਚਾਂਸ ਨਹੀਂ ਤਾਂ ਅਸਿਊਮ ਕਰ ਲੈਣਾ ਵੀ ਇਸ ਸਰਕਟ ਦੇ ਵਿੱਚ ਜਿਹੜਾ ਕਰੰਟ ਹੈ ਦੇਖੋ ਮੈਂ ਅਸਿਊਮ ਜਿਵੇਂ ਕਰ ਰਿਹਾ ਇੱਕ ਪੋਜ਼ਿਟਿਵ ਨੈਗੇਟਿਵ ਤੁਹਾਨੂੰ ਪਤਾ ਕਰੰਟ ਹਮੇਸ਼ਾ ਪੋਜ਼ਿਟਿਵ ਟੂ ਕਿ ਨੈਗੇਟਿਵ ਟਰਮੀਨਲ ਵੱਲ ਜਾਂਦਾ ਹੈ ਤਾਂ ਮੈਂ ਇਸ E1 ਬੈਟਰੀ ਤੋਂ ਸਪੋਜ਼ ਕੀਤਾ ਵੀ ਕਰੰਟ ਇੱਥੋਂ ਫਲੋ ਕਰ ਰਿਹਾ I1 ਇਹ ਸੈਕੰਡ ਬੈਟਰੀ ਹੈ E2 ਇਹਦੇ ਵਿੱਚ ਜੋ ਕਰੰਟ ਫਲੋ ਕਰ ਰਿਹਾ I2 ਇਹ ਦੋਨੋਂ ਕਰੰਟ ਦੇਖੋ ਇਸ ਵਾਇਰ ਦੇ ਵਿੱਚ ਕੀ ਹੈ ਇਸ ਤਰੀਕੇ ਨਾਲ ਮੂਵ ਕਰਨਗੇ ਫਲੋ ਕਰਨਗੇ I1 I2 ਨਾਓ देखो एट पॉइंट C इज अ जंक्शन है जंक्शन लॉ ਅਸੀਂ ਅਪਲਾਈ ਕਰਾਂਗੇ ਹੁਣ ਦੇਖੋ ਇਸ ਜੰਕਸ਼ਨ C ਦੇ ਵਿੱਚ ਇੱਕ I1 ਕਰੰਟ ਐਂਟਰ ਹੋ ਰਿਹਾ ਇੱਕ ਕਰੰਟ I2 ਐਂਟਰ ਹੋ ਰਿਹਾ ਦੈਟ ਮੀਨਸ ਇਸ ਜੰਕਸ਼ਨ ਤੋਂ ਕਰੰਟ ਬਾਹਰ ਕਿੰਨਾ ਆਏਗਾ ਸਿੰਪਲ I1 I2 ਦੋਨਾਂ ਦਾ ਸਮ ਇਜ਼ ਇਕੁਅਲ ਟੂ I3 ਕਿਉਂਕਿ ਅਸੀਂ ਲਾਸਟ ਟਾਈਮ ਇਹ ਚੀਜ਼ ਪੜ੍ਹੀ ਹੈ ਕਿ ਜੰਕਸ਼ਨ ਦੇ ਵਿੱਚ ਕੋਈ ਵੀ ਜਿਹੜਾ ਕਰੰਟ ਹੈ ਉਹ ਕੀ ਹੈ ਸਟੋਰ ਨਹੀਂ ਹੁੰਦਾ ਜਿੰਨਾ ਕਰੰਟ ਵਿੱਚ ਇਨ ਹੁੰਦਾ ਉਨਾ ਹੀ ਕਰੰਟ ਕੀ ਹੈ ਆਊਟ ਜਾਂਦਾ ਹੈ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇਹ ਕਰੰਟ I3 ਜਾ ਰਿਹਾ ਨਾਓ ਐਟ ਜੰਕਸ਼ਨ D ਦੇਖੋ D ਇਜ਼ ਅ ਇੱਕ ਫਿਰ ਜੰਕਸ਼ਨ ਆ ਗਿਆ ਤੇ ਇੱਥੇ ਕਰੰਟ ਕੀ ਹੈ ਫਿਰ ਡਿਵਾਈਡ ਹੋ ਜਾਏਗਾ ਇਸ ਸਾਈਡ ਕਰੰਟ ਕਿਹੜਾ ਜਾਏਗਾ ਦੈਟ ਇਜ਼ I1 ਨੀਚੇ ਕਰੰਟ ਕੀ ਜਾਏਗਾ I ਠੀਕ ਹੈ ਤਾਂ ਇਸ ਤਰੀਕੇ ਨਾਲ ਅਸੀਂ ਕਿਸੇ ਵੀ ਸਰਕਟ ਦੇ ਵਿੱਚ ਜੰਕਸ਼ਨ ਲਾਅ ਅਪਲਾਈ ਕਰ ਸਕਦੇ ਹੁਣ ਅਸੀਂ ਅਪਲਾਈ ਕਰਨਾ ਸਿੱਖਣਾ ਅਪਲਾਈ ਕਿਰਚੌਫ ਵੋਲਟੇਜ ਲਾਅ in closed loop ध्यान रहे closed loop ਦੇ ਵਿੱਚ ਲਗਾ ਰਹੇ A B D C A देखो A ਤੋਂ ਸਟਾਰਟ ਹੋਇਆ A ਤੇ ਹੀ ਵਾਪਸ ਪਹੁੰਚਣਾ ਇਹਦਾ ਮਤਲਬ ਲੂਪ ਕੀ ਹੋ ਗਿਆ ক্লোਜ਼ ਹੋ ਗਿਆ ਠੀਕ ਹੈ ਸਾਈਨ ਕਨਵੈਨਸ਼ਨਸ ਮੈਂ ਤੁਹਾਨੂੰ ਦੱਸੀਆਂ ਹੋਈਆਂ ਨੇ ਚਲੋ ਆਪਾਂ ਸਟਾਰਟ ਕਰਦੇ ਹਾਂ A ਪੁਆਇੰਟ ਤੋਂ ਆਪਾਂ ਸਟਾਰਟ ਕਰਦੇ ਹਾਂ A ਪੁਆਇੰਟ ਦਾ ਡੈਫੀਨਿਟਲੀ ਕੁਝ ਨਾ ਕੁਝ ਪੋਟੈਂਸ਼ੀਅਲ ਹੋਏਗਾ ਅਸੀਂ ਕੀ ਲਿਖਾਂਗੇ ਪੋਟੈਂਸ਼ੀਅਲ ਐਟ ਪੁਆਇੰਟ A ਸਪੋਜ਼ ਕਿੰਨਾ VA ਠੀਕ ਹੈ ਜੀ ਓਕੇ ਹੁਣ ਦੇਖੋ ਜਿਵੇਂ ਹੀ ਮੈਂ ਲੂਪ ਲਿਖਿਆ A B D C A ਇਹਦਾ ਮਤਲਬ ਇਹ ਮੇਰੀ ਡਾਇਰੈਕਸ਼ਨ ਹੈ ਮੈਂ ਇਸ ਸਰਕਟ ਦੇ ਵਿੱਚ ਇਸ ਤਰੀਕੇ ਨਾਲ ਮੂਵ ਕਰ ਤਾਂ ਸਭ ਤੋਂ ਪਹਿਲਾਂ ਦੇਖੋ ਜਦੋਂ ਮੈਂ ਇਸ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਹਾਂ ਤਾਂ ਸਭ ਤੋਂ ਪਹਿਲਾਂ ਮੈਨੂੰ ਮਿਲਿਆ ਪੋਜ਼ਿਟਿਵ ਟਰਮੀਨਲ ਤਾਂ ਹੁਣ ਤੁਹਾਨੂੰ ਪਤਾ ਅਗਰ ਪੋਜ਼ਿਟਿਵ ਟਰਮੀਨਲ ਮਿਲ ਰਿਹਾ ਤਾਂ ਆਨਸਰ ਕੀ ਹੈਗਾ ਦੈਟ ਇਜ਼ -E1 ਓਕੇ ਹੁਣ ਦੇਖੋ ਸਾਡੀ ਜਿਹੜੀ ਡਾਇਰੈਕਸ਼ਨ ਉਹ A to B ਹੈ ਕਰੰਟ ਸਾਡੇ ਤੋਂ ਆਪੋਜ਼ਿਟ ਚੱਲ ਰਿਹਾ ਦੈਟ ਮੀਨਸ ਫਿਰ ਕੀ ਆਏਗਾ ਪੋਜ਼ਿਟਿਵ ਦੇਖੋ ਇਸ ਰੈਜ਼ਿਸਟੈਂਸ 'ਚੋਂ ਕਿੰਨਾ ਕਰੰਟ ਫਲੋ ਕਰ ਰਿਹਾ ਦੈਟ ਇਜ਼ I1 ਰੈਜ਼ਿਸਟੈਂਸ ਦੀ ਵੈਲਿਊ ਕਿੰਨੀ ਦੈਟ ਇਜ਼ R1 ਉਸ ਤੋਂ ਬਾਅਦ B ਤੇ D ਦੇ ਵਿੱਚ ਅਸੀਂ ਦੇਖੀਏ ਕੋਈ ਰੈਜ਼ਿਸਟੈਂਸ ਨਹੀਂ ਹੈਗਾ ਫਿਰ ਅਸੀਂ ਜਦੋਂ D ਤੋਂ C ਆ ਰਹੇ ਹਾਂ ठीक है जो करंट फिर साढ़े तो डायरेक्शन तो की ऑपोजिट है तो प्लस आएगा I3 और रेजिस्टेंस कितना बचे दैट इज R3 ठीक है जी इतने तक अप्लाई करता दैट मींस ਅਸੀਂ फिर किथे पहुंच गए A पॉइंट ਤੇ मतलब ये सारा ਕਾਦੇ ਬਰਾਬਰ ਆ ਗਿਆ ਇਕੁਅਲ ਟੂ ਪੋਟੈਂਸ਼ੀਅਲ ਐਟ ਪੁਆਇੰਟ A ਪੁਆਇੰਟ ਤੋਂ ਚੱਲੇ ਸੀ A ਪੁਆਇੰਟ ਤੇ ਪਹੁੰਚ ਗਏ ਦੇਖੋ ਜੇ ਬੱਚੇ ਮੈਂ ਇਸ ਆਊਟ ਟਰਮ ਨੂੰ ਰਾਈਟ ਹੈਂਡ ਸਾਈਡ ਲੈਦਾ ਤੇ VA ਨੂੰ ਲੈਫਟ ਹੈਂਡ ਸਾਈਡ ਲੈਦਾ ਤਾਂ VA VA ਕਿੰਨਾ ਆ ਜਾਊਗਾ जो पोटेंशियल एट पॉइंट जिन्ना सी उन्ना ही पोटेंशियल पॉइंट A है दैट इज 0 ਇਹਦਾ ਮਤਲਬ ਮੈਂ ਇਥੋਂ ਲਿਖ ਸਕਦਾਗਾ E1 ਉਧਰ ਜਾ ਕੇ ਜੋ ਪੋਜ਼ਿਟਿਵ E1 ਮਾਈਨਸ ਆਫ I1 R1 ਮਾਈਨਸ ਆਫ I3 R3 which is equal to 0 ਧਿਆਨ ਨਾਲ ਦੇਖੋ ਇਹ ਸਭ ਕੀ ਹੈ this is the summation of मतलब addition है कि देखो वो सब्ट्रैक्शन गई
वो साइन चेंज हो गए, ये तो एडिशन है। अलजेब्रिक सम ऑफ चेंज इन पोटेंशियल इज इक्वल टू की आता है। देखो सारा जिहड़ा भी ਅਸੀਂ पूरे क्लोज लूप ਦੇ ਵਿੱਚ जो चेंज इन पोटेंशियल फाइंड ਕੀਤਾ है ਉਹਦੀ वैल्यू ਕਾਦੇ बराबर है। दिस इज द मीनिंग ऑफ किरचॉफ वोल्टेज लॉ इन अ क्लोज लूप। ठीक है, तो जे तुसी आप पोटेंशियल एट पॉइंट ए पोटेंशियल एट पॉइंट नहीं भी लिखोगे ना, सीधा डायरेक्ट इक्वल टू 0 लिख दोगे ਤਾਂ ਵੀ सही। ठीक है जी, आई होप कि ਤੁਹਾਨੂੰ चेंज इन पोटेंशियल है ਜਿਹੜਾ क्लोज लूप ਦੇ ਵਿੱਚ इक्वल टू 0 ਕਿਉਂ ਹੁੰਦਾ ਉਹਦਾ मीनिंग क्लीयर हो गया होगा। तो इनू ਅਸੀਂ ਕੀ ਹੈ ਸੋਲਵ ਕਰ ਸਕਦੇ ਹਾਂ। ਤਾਂ ਮੈਂ ਲਿਖ ਸਕਦਾ ਇਹਨੂੰ E1 -I1 R1 माइनस I3 की है, देखो बच्चे I1 प्लस I2 ऑफ R3 इज इक्वल टू 0। इसका मतलब ये कितना हो गया E1 माइनस I1 R1, ठीक है, माइनस I1 R3 प्लस और माइनस I2 R3। तो बच्चे साडे कोल ना इहो जिहियां इक्वेशनस बनिया करनियां। एक इक्वेशन ये होगी, सिमिलरली तुसी जिहड़ा नीचे वाला सर्किट है ਇਹਦੇ ਵਿੱਚ भी तुसी किरचॉफ वोल्टेज लॉ लगा सकते हो क्लोज लूप ਦੇ ਵਿੱਚ। ठीक है, ਜੇ ਤੁਸੀਂ ਇਹਦੇ ਵਿੱਚ ਵੀ ਲਗਾਓਗੇ ਤਾਂ ਤੁਹਾਡੇ ਕੋਲ ਫਿਰ ਇੱਕ ਇਸ ਤਰ੍ਹਾਂ ਦੀ ਇਕੁਏਸ਼ਨ ਬਣੂਗੀ। ਉਹਨਾਂ ਦੋ ਇਕੁਏਸ਼ਨਸ ਨੂੰ ਅਸੀਂ ਸੋਲਵ ਕਰ ਲੈਣੇ ਆ। ਸੋਲਵ ਕਰਕੇ ਅਸੀਂ ਕਿਸੇ ਵੀ ਸਰਕਟ ਦੇ ਵਿੱਚ ਕਰੰਟ I1 I2 ਦੀ ਵੈਲਿਊ ਕੈਲਕੂਲੇਟ ਕਰ ਸਕਦੇ। आई होप कि ਤੁਹਾਨੂੰ ਕਿਰਚॉफ लॉ किस तरीके ਦੇ ਨਾਲ ਅਪਲਾਈ ਕਰਨਾ ਹੈ ਉਹ ਸਮਝ ਆ ਗਿਆ। ठीक है, दो तरह की इक्वेशंस बनया करने, दो इक्वेशंस ਨੂੰ ਸਾਨੂੰ ਮੈਥਡ ਆਫ ਐਲੀਮੀਨੇਸ਼ਨ ਕੀ ਇੱਥੇ ਅਸੀਂ ਲਗਾਇਆ ਕਰਾਂਗੇ। ਮੈਥਡ ਆਫ ਐਲੀਮੀਨੇਸ਼ਨ ਦੇ ਨਾਲ ਅਸੀਂ ਕੀ ਹੈ ਕਿਸੇ ਵੀ ਕਰੰਟ ਦੀ ਵੈਲਿਊ ਫਾਈਂਡ ਕਰ ਸਕਦੇ। ਜਿਵੇਂ ਆਪਾਂ ਕੋਈ ਵੀ ਇੱਕ ਐਗਜ਼ਾਮਪਲ ਲੈ ਕੇ ਸਮਝ ਸਕਦੇ ਹਾਂ। ਮਤਲਬ ਜਿਵੇਂ ਇੱਕ ਸੈੱਲ रेजिस्टेंस, मान लो इस सेल की जो EMF है वो है 10 वोल्ट। इस रेजिस्टेंस की जो वैल्यू है सपोज वो हैगी है 2 ओम। इस सर्किट ਦੇ ਵਿੱਚ एक रेजिस्टेंस सपोज होर ਲੱਗਿਆ ਹੋਇਆ। ठीक है, ये मान लो है इसकी वैल्यू है सपोज 1 ओम। साडे कोल एक सैल हो रहा है E2 जिसकी जी वैल्यू है सपोज वो है 5 वोल्ट। सपोज इतने भी एक रेजिस्टेंस असं लगा दें। ठीक है, R2 रेजिस्टेंस सपोज ये जी वैल्यू है वो भी है 2 ओम। ठीक है जी, असं नेमिंग कर लेना दैट इज A B C D E F। सपोज इस करंट जा रहा है I1, सैकेंड करंट इतने जा रहा है I2, जंक्शन के करंट की दिखाया दैट इज I3। ठीक है, इस पॉइंट पे फिर करंट डिवाइड हो जाएगा दैट इज I1, इस साइड करंट कितना आ जाएगा I2। तो जे असी KVL किरचॉफ वोल्टेज लॉ अप्लाई करिए इन क्लोज लूप A B D C A इस मर्जी तरीके नाल तुसी अप्लाई कर सकते हो। मतलब A B D C A, मतलब दिस इज माय डायरेक्शन इन द सर्किट। तो सब तो पहला पोटेंशियल एट पॉइंट A लिखांगे। फिर देखो असी A टू B जा रहे हैं, करंट साडे तो ऑपोजिट है। ठीक है, तो साडे को सब तो पहला की है पॉजिटिव टर्मिनल आ रहा है दैट मींस इनू लिखांगे -10। फिर करंट ते जिहड़ी साडी डायरेक्शन ऑपोजिट है तो प्लस आएगा। करंट आएगा I1 और रेजिस्टेंस है 2। फिर उस तो बाद D तो जो C जावांगे तो करंट ऑपोजिट है, करंट की वैल्यू है I3 प्लस आ गया, रेजिस्टेंस है 1। C तो A कुछ भी नहीं है, दोबारा असी पॉइंट पे आ गए A ते। तो पोटेंशियल A नाल पोटेंशियल A कैंसल, बचे की बन गया 10 इज इक्वल टू 2 ऑफ I1 प्लस I3। ठीक है जी, तो जिहड़ा I3 है बच्चे I3 है वो है I1 प्लस I2। ठीक है, तो इस I3 की वैल्यू पुट कर दो 2 ऑफ I1 प्लस बन गया I1 प्लस I2। मतलब ये आ गया बच्चे 10 इज इक्वल टू 3 ऑफ I1 प्लस I2। दिस इज इक्वेशन नंबर 1।
नाउ हुण असी इस लूप दे विच की है किरचॉफ वोल्टेज लॉ अप्लाई कर दो। अप्लाई किरचॉफ वोल्टेज लॉ इन क्लोज लूप C E F D C। द पोटेंशियल एट पॉइंट C, फिर C तो E तक कोई भी रेजिस्टेंस नहीं है, सब तो पहला पॉजिटिव टर्मिनल बैठे तो मिल जाता -5, फिर करंट ते अपने डायरेक्शन की ऑपोजिट है ताकि अगर प्लस करंट है I2 रेजिस्टेंस है बचे 2, F तो D तक कुछ भी नहीं है, फिर इस साइड जो आप जावांगे तो करंट की डायरेक्शन ऑपोजिट है दैट इज I3, रेजिस्टेंस है दैट इज 1। तो बच्चे दोबारा पहुंच गए C एट पॉइंट C ना C कैंसल, इसका मतलब 2 ऑफ I2 प्लस I3 इज इक्वल टू किया 5। तो I3 की वैल्यू पुट कर दो दैट इज I1 प्लस I2 इज इक्वल टू 5। इसका मतलब ਅਸੀਂ बच्चे लिख सकते हैं 5 इज इक्वल टू I1 प्लस 3 ऑफ I2। दिस इज इक्वेशन नंबर 2। देखो दो इक्वेशंस ने, दोनों इक्वेशंस ਦੇ ਵਿੱਚ दो वेरिएबल्स ने, ਤਾਂ ਮੈਥਡ ਆਫ ਐਲੀਮੀਨੇਸ਼ਨ ਅਸੀਂ ਲਗਾਵਾਂਗੇ ਤੇ ਇਹਨਾਂ ਨੂੰ ਸੋਲਵ ਕਰਾਂਗੇ। ਠੀਕ ਹੈ, ਤਾਂ ਫਸਟ ਇਕੁਏਸ਼ਨ ਆਪਣੇ ਕੋਲ ਹੈਗੀ 10 मतलब 3 of I1 plus I2 is equal to 10, and जो सेकंड इक्वेशन ਸਾਡੇ ਕੋਲ ਹੈਗੀ that is I1 plus 3I2, I1 plus 3I2 is equal to 5। इस इक्वेशन को 1 ਨਾਲ मल्टीप्लाई कर दो, 3 ਨਾਲ मल्टीप्लाई कर दो, तो बच्चे बन गया 3 of I1 plus I2 is equal to 10। दूसरा ਸਾਡੇ ਕੋਲ बन गया 3 of I1 plus 9 of I2 is equal to 15। माइनस 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 कैंसल, तो बच्चे कितना हो गया माइनस ऑफ 8 ऑफ I2 is equal to माइनस ऑफ 5। माइनस ना माइनस कैंसल, I2 is equal to 5 on 8। देखो बच्चे आंसर जो ਸਾਡੇ ਕੋਲ ਆਇਆ प्लस ਦੇ ਵਿੱਚ ਆਇਆ ਤਾਂ मतलब जो ਅਸੀਂ डायरेक्शंस कंसीडर ਕੀਤੀਆਂ ਨੇ बिल्कुल राइट। इस I2 ਦੀ वैल्यू बच्चे पुट कर दो किसी भी इक्वेशन नंबर, फॉर एग्जांपल 1 पुट कर देने, पुट इन 1 वैल्यू ऑफ I2 की है पुट कर दो 1 ਦੇ ਵਿੱਚ, ਤੇ 1 ਨੰਬਰ ਇਕੁਏਸ਼ਨ ਦੇ ਵਿੱਚ ਕੀ ਸੀਗਾ 3 of I1 plus I2 is equal to 10 सी। I2 ਦੀ ਵੈਲਿਊ ਤੇ ਪੁੱਟ ਕਰ ਦਈਏ ਜੇ ਆਪਾਂ, ਤੇ ਕਿੰਨਾ ਆ ਗਿਆ 5/8 is equal to 10, ਤੇ ਆ ਗਿਆ 3 of I1 10 minus 5/8, एलसीएम ले लो, 3 of I1 is equal to 8, 80 minus 5 that is 75/8, तो बच्चे I1 कितना आ गया that is 75/8/3, कितना आ गया 2 1 3, 3 2 6 कर लो। ठीक है, 5 बच्चे is 25/8 दिस इज द आंसर। सो इस वे ਦੇ ਨਾਲ ਅਸੀਂ ਕਿਸੇ ਵੀ ਸਰਕਟ ਦੇ ਵਿੱਚ ਕੋਈ ਵੀ ਕਰੰਟ ਦੀ ਜਿਹੜੀ ਵੈਲਿਊ ਉਹ ਅਸੀਂ ਕੈਲਕੂਲੇਟ ਕਰ ਸਕਦੇ ਹਾਂ, ਚਾਹੇ ਉਹਦੇ 2 ਸੈਲਸ ਨੇ, 3 ਸੈਲਸ ਨੇ, 4 ਸੈਲ ਨੇ, 5 ਸੈਲ ਨੇ, ਕਿੰਨੇ ਮਰਜ਼ੀ ਉਹਦੇ ਰੈਜ਼ਿਸਟੈਂਸਸ ਨੇ। ਅਗਰ ਤੁਹਾਨੂੰ ਕਿਰਚੌਫ ਜੰਕਸ਼ਨ ਲਾਅ ਐਂਡ ਕਿਰਚੌਫ ਵੋਲਟੇਜ ਲਾਅ ਅਪਲਾਈ ਕਰਨਾ ਹੈ ਆ ਗਿਆ ਤਾਂ ਤੁਸੀਂ ਕਿਸੇ ਵੀ ਕੰਪਲਿਕੇਟਡ ਟੂ ਕੰਪਲਿਕੇਟਡ ਸਰਕਟ ਨੂੰ ਸੋਲਵ ਕਰ ਸਕਦੇ ਹੋ। आई होप कि ਅੱਜ ਦੀ ਇਹ ਵੀਡੀਓ ਤੁਹਾਨੂੰ ਸਮਝ ਲੱਗੀ ਹੋਵੇਗੀ ਕਿ ਕਿਰਚੌਫ ਲਾਅ ਕਿਸ ਤਰੀਕੇ ਨਾਲ ਅਸੀਂ ਅਪਲਾਈ ਕਰਨਾ ਹੈ। ਥੈਂਕ ਯੂ, ਟੇਕ ਕੇਅਰ। ਜਿਵੇਂ ਆਪਾਂ ਕੋਈ ਵੀ ਇੱਕ ਐਗਜ਼ਾਮਪਲ ਲੈ ਕੇ ਸਮਝ ਸਕਦੇ ਹਾਂ, ਮਤਲਬ ਜਿਵੇਂ ਇੱਕ ਸੈਲ रेजिस्टेंस, मान लो इस सेल की जो EMF है वो है 10 वोल्ट, इस रेजिस्टेंस की जो वैल्यू है सपोज वो हैगी है 2 ओम। इस सर्किट ਦੇ ਵਿੱਚ एक रेजिस्टेंस सपोज होर ਲੱਗਿਆ ਹੋਇਆ, ठीक है, ये मान लो है इसकी वैल्यू है सपोज 1 ओम। ਸਾਡੇ ਕੋਲ ਇੱਕ ਸੈਲ ਹੋਰ ਹੈ E2 ਜਿਹਦੀ ਜਿਹੜੀ ਵੈਲਿਊ ਹੈ ਸਪੋਜ਼ ਉਹ ਹੈਗਾ 5 ਵੋਲਟ। ਤੇ ਸਪੋਜ਼ ਇੱਥੇ ਵੀ ਇੱਕ ਰੈਜ਼ਿਸਟੈਂਸ ਅਸੀਂ ਲਗਾ ਦਿੰਦੇ ਹਾਂ, ਠੀਕ ਹੈ, R2 ਰੈਜ਼ਿਸਟੈਂਸ, ਸਪੋਜ਼ ਇਹਦੀ ਜਿਹੜੀ ਵੈਲਿਊ ਹੈ ਉਹ ਵੀ ਹੈਗੀ 2 ओम। ठीक है जी,
ਅਸੀਂ ਨੇਮਿੰਗ ਕਰ ਲੈਣਾ, दैट इज A B C D E F। सपोज इस विचों करंट जा रहा I1, सैकेंड दे विचों करंट इत्थे जा रहा I2, जंक्शन दे विच ਅਸੀਂ करंट की दिखाया सी, दैट इज I3। ठीक है, इस पॉइंट पे फिर करंट डिवाइड हो जाएगा, दैट इज I1, इस साइड करंट कितना आ जाएगा I2। तो जे ਅਸੀਂ KVL किरचॉफ वोल्टेज लॉ अप्लाई करिए इन क्लोज लूप A B D C A, इस मर्जी तरीके नाल तुसीं अप्लाई कर सकते हो। मतलब A B D C A, मतलब दिस इज माई डायरेक्शन इन द सर्किट। सब तो पहला पोटेंशियल एट पॉइंट A लिखांगे, फिर देखो ਅਸੀਂ A to B जा रहे हैं, करंट साढ़े तो ऑपोजिट है। ठीक है, तो साढ़े को सब तो पहला की है पॉजिटिव टर्मिनल आ रहा है, दैट मींस इन्हें लिखांगे -10। फिर करंट ते ਜਿਹੜੀ ਸਾਡੀ डायरेक्शन ऑपोजिट है तो प्लस आएगा, करंट आएगा I1 और रेजिस्टेंस है 2। फिर उस तो बाद D तो जो C जावांगे ਅਸੀਂ तो करंट ऑपोजिट है, करंट की वैल्यू है I3 प्लस आ गया, रेजिस्टेंस है 1। C तो A कुछ भी नहीं है, दोबारा ਅਸੀਂ पॉइंट पे आ गए A ते, तो पोटेंशियल A नाल पोटेंशियल A कैंसल, ਇਹਦਾ बचे की बन गया 10 इज इक्वल टू 2 ऑफ I1 प्लस I3। ठीक है जी, ਤੇ ਜਿਹੜਾ I3 है बच्चे, I3 है वो हैगा I1 प्लस I2। ठीक है, तो इस I3 की वैल्यू पुट कर दो, 2 ऑफ I1 प्लस ये बन गया I1 प्लस I2, मतलब ये आ गया बच्चे 10 इज इक्वल टू 3 ऑफ I1 प्लस I2। दिस इज इक्वेशन नंबर 1। नाउ हुण असी इस लूप दे विच की है किरचॉफ वोल्टेज लॉ अप्लाई कर दो। अप्लाई किरचॉफ वोल्टेज लॉ इन क्लोज लूप C E F D C। द पोटेंशियल एट पॉइंट C, फिर C तो E तक कोई भी रेजिस्टेंस नहीं है, सब तो पहला पॉजिटिव टर्मिनल बैठे तो मिल जाता -5। फिर करंट ते अपनी डायरेक्शन की ऑपोजिट है तो की है प्लस, करंट है I2, रेजिस्टेंस है बचे 2। F तो D तक कुछ भी नहीं है, फिर इस साइड जो आप जावांगे तो करंट की डायरेक्शन ऑपोजिट है, दैट इज I3, रेजिस्टेंस है दैट इज 1। तो बच्चे दोबारा पहुंच गए सी एट पॉइंट C, C ना C कैंसल, इसका मतलब 2 ऑफ I2 प्लस I3 इज इक्वल टू की होगा 5। तो I3 की वैल्यू पुट कर दो, दैट इज I1 प्लस I2 इज इक्वल टू 5। ਇਹਦਾ मतलब ਅਸੀਂ ਬੱਚੇ ਲਿਖ ਸਕਦੇ ਹਾਂ 5 is equal to I1 plus 3 of I2। this is equation number 2। देखो दो इक्वेशंस ने, दोनों इक्वेशंस ਦੇ ਵਿੱਚ दो वेरिएबल्स ने, ਤਾਂ ਮੈਥਡ ਆਫ ਐਲੀਮੀਨੇਸ਼ਨ ਅਸੀਂ ਲਗਾਵਾਂਗੇ ਤੇ ਇਹਨਾਂ ਨੂੰ ਸੋਲਵ ਕਰਾਂਗੇ। ਠੀਕ ਹੈ, ਤਾਂ ਫਸਟ ਇਕੁਏਸ਼ਨ ਆਪਣੇ ਕੋਲ ਹੈਗੀ 10, मतलब 3 of I1 plus I2 is equal to 10। and जो second equation साडे कोल हैगी that is I1 plus 3I2, I1 plus 3I2 is equal to 5। इस इक्वेशन को 1 ਨਾਲ मल्टीप्लाई कर दो, 3 ਨਾਲ मल्टीप्लाई कर दो, तो बच्चे बन गया 3 of I1 plus I2 is equal to 10। दूसरा साडे कोल बन गया 3 of I1 plus 9 of I2 is equal to 15। माइनस 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 कैंसल, तो बच्चे कितना हो गया माइनस ऑफ 8 of I2 is equal to minus of 5। माइनस ना माइनस कैंसल, I2 is equal to 5 on 8। देखो बच्चे आंसर जो साडे कोले आया प्लस ਦੇ ਵਿੱਚ ਆਇਆ ਤਾਂ मतलब जो ਅਸੀਂ डायरेक्शंस कंसीडर कीतियां ने बिल्कुल राइट। इस I2 ਦੀ वैल्यू बच्चे पुट कर दो किसी भी इक्वेशन नंबर, फॉर एग्जांपल 1 पुट कर देने, पुट इन 1, पुट इन 1 वैल्यू ऑफ I2 की है, पुट कर दो 1 ਦੇ ਵਿੱਚ, ਤੇ 1 ਨੰਬਰ ਇਕੁਏਸ਼ਨ ਦੇ ਵਿੱਚ ਕੀ ਸੀਗਾ 3 of I1 plus I2 is equal to 10 सी। I2 ਦੀ वैल्यू इथे पुट कर दी जे ਆਪਾਂ, ਤੇ ਕਿੰਨਾ ਆ ਗਿਆ 5/8 is equal to 10, ਤੇ ਆ ਗਿਆ 3 of I1 10 minus 5/8। एलसीएम ले लो, 3 of I1 is equal to 8, 80 minus 5 that is 75/8। तो बच्चे I1 कितना आ गया that is 75/8 on 3, कितना आ गया 2 1 3
3 टू 6 कर लो, ठीक है, 5 अच्छी is 25 on 8 ampere, this is the ਸੋ ਇਸ ਵੇ ਦੇ ਨਾਲ ਅਸੀਂ ਕਿਸੇ ਵੀ ਸਰਕਟ ਦੇ ਵਿੱਚ ਕੋਈ ਵੀ ਕਰੰਟ ਦੀ ਜਿਹੜੀ ਵੈਲਿਊ ਉਹ ਅਸੀਂ ਕੈਲਕੂਲੇਟ ਕਰ ਸਕਦੇ ਹਾਂ, ਚਾਹੇ ਉਹਦੇ 2 ਸੈਲਸ ਨੇ, 3 ਸੈਲਸ ਨੇ, 4 ਸੈਲ ਨੇ, 5 ਸੈਲ ਨੇ, ਕਿੰਨੇ ਮਰਜ਼ੀ ਉਹਦੇ ਚ ਰੈਜ਼ਿਸਟੈਂਸਸ ਨੇ। ਅਗਰ ਤੁਹਾਨੂੰ ਕਿਰਚੌਫ ਜੰਕਸ਼ਨ ਲਾਅ ਐਂਡ ਕਿਰਚੌਫ ਵੋਲਟੇਜ ਲਾਅ ਅਪਲਾਈ ਕਰਨਾ ਆ ਗਿਆ ਤਾਂ ਤੁਸੀਂ ਕਿਸੇ ਵੀ ਕੰਪਲਿਕੇਟਡ ਟੂ ਕੰਪਲਿਕੇਟਡ ਸਰਕਟ ਨੂੰ ਸੋਲਵ ਕਰ ਸਕਦੇ ਹੋ। ਆਈ ਹੋਪ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਸਮਝ ਲੱਗੀ ਹੋਵੇਗੀ कि किरचॉफ लॉ किस तरीके से अप्लाई करना है। थैंक यू, टेक केयर।